पंजाबी एक चैनल देख रहे सारे दर्शकों ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਤੱਕ ਦੀ ਵੱਡੀ ਖਬਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਐਕਸ਼ਨ ਵਿੱਚ ਦਿਖਾਈ ਦੇ ਰਹੇ ਹਨ ਤੇ ਸੈਸ਼ਨ ਦੌਰਾਨ ਕੇਂਦਰ ਸਰਕਾਰ ਵੱਲੋਂ ਲਿਆਂਦੀ ਗਈ ਅਗਨੀਪਥ ਯੋਜਨਾ ਦਾ ਮੁੱਦਾ ਚੁੱਕਿਆ ਗਿਆ। ਇਸ ਮੁੱਦੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਕੇਂਦਰ ਦੀ ਐਨਡੀਏ ਸਰਕਾਰ ਵੱਲੋਂ ਪ੍ਰਸਤਾਵਿਤ ਅਗਨੀਪਥ ਸਕੀਮ ਦਾ ਵਿਰੋਧ ਕਰਨ ਲਈ ਸੂਬਾ ਸਰਕਾਰ ਵੱਲੋਂ ਜਲਦ ਹੀ ਵਿਧਾਨ ਸਭਾ ਵਿੱਚ ਮਤਾ ਲਿਆਂਦਾ ਜਾਵੇਗਾ। ਸੀਐਮ ਮਾਨ ਨੇ ਕਿਹਾ ਕਿ ਅਗਨੀਪਥ ਸਕੀਮ ਐਨਡੀਏ ਸਰਕਾਰ ਦਾ ਇੱਕ ਤਰਕਹੀਣ ਕਦਮ है जो भारतीय फौज के बुनियादी ढांचे नूं तबाह कर देवेगा। इस संबंधी सीएम मान वालों एक ट्वीट भी किया गया है जिस विच उन्होंने लिखा कि भाजपा सरकार की अग्निपथ योजना एक बेहद तर्कहीन कदम है जो भारतीय फौज के ताने बाने नूं पूरी तरह तबाह कर देवेगी। असीं साडे नौजवानों के भविख नूं सुरक्षित करन लई योजना खिलाफ बहुत जल्द विधान सभा विच मता लैके आवांगे। मैं इस दे लई सारियां पार्टियां दे समर्थन सहयोग की भी मंग करदा हां। ਜਿਹੜੀਆਂ ਜ਼ਮੀਨਾਂ ਅਸੀਂ ਆਲਰੇਡੀ ਛੜਵਾਈਆਂ ਨਾ ਉਹਦੇ 'ਚ ਵੀ ਇਹਨਾਂ ਦੇ ਲੀਡਰਾਂ ਦੇ ਨਾਂ ਬੋਲਦੇ ਨੇ। ਗੱਲ ਇਹ ਵੀ ਕਬਜ਼ਾ ਕਰ ਲੈਂਦੇ ਨੇ ਉੱਥੇ ਜਾ ਕੇ ਸਪੈਸੀਫਿਕ ਉਹ ਵੀ ਨਾਮ ਆ ਜਾਣਗੇ। ਹੁਣ ਜਿਹੜਾ ਸੁੱਖ ਵਿਲਾਸ ਬਣਿਆ ਹੋਇਆ ਜਿਹੜੀ ਇਹਦੀ ਪਾਰਕਿੰਗ ਵਾਲਾ ਏਰੀਆ ਉਹ ਸਾਰਾ ਹੀ ਪੰਚਾਇਤੀ ਜ਼ਮੀਨ ਆ। ਦੱਸ ਦੇਣੀ ਆ ਤੁਹਾਨੂੰ ਮੈਂ ਜਿਹੜਾ ਬਿਲਡ ਹੋਇਆ ਉਹ ਜ਼ਮੀਨ ਖਰੀਦੀ ਆ। ਬਾਕੀ ਸਾਰੀ ਜਿਹੜੀ ਆਸ-ਪਾਸ ਵਗਲੀ ਹੋਈ ਉਹ ਪੰਚਾਇਤੀ ਜ਼ਮੀਨ ਦੇ ਵਿੱਚ ਆ। ਜ਼ਮੀਨ ਤੇ ਵੀ ਐਕਸ਼ਨ ਲਾਓਗੇ ਤੁਸੀਂ? ਡੈਫੀਨੇਟਲੀ ਤਾਂ ਸੀਐਮ ਸਾਹਿਬ ਦਾ ਵੀ ਬਿਆਨ ਆਇਆ। ਨੋਟਿਸ ਉਹਨਾਂ ਨੂੰ ਕੱਢਿਆ ਸਰਵ ਕੀਤਾ ਗਿਆ ਹੁਣ ਤੱਕ? ਨਹੀਂ, ਉਹਨਾਂ ਨੂੰ ਨੋਟਿਸ ਜਾਊਗਾ, ਸਾਰਾ ਕੁਝ ਜਾਊਗਾ। ਉਹਨੂੰ ਮਿਹਨਤੀ ਕਰਵਾ ਰਹੇ ਕਿਉਂਕਿ ਇਨਫੋਰਮੇਸ਼ਨ ਇਹ ਆ ਕਿ ਜਿਹੜੀ ਆਸ-ਪਾਸ ਵਾਲੀ ਜ਼ਮੀਨ ਆ ਉਹ ਸਾਰੀ ਪੰਚਾਇਤੀ ਜ਼ਮੀਨ ਉੱਤੇ ਉਹਨਾਂ ਨੇ ਬਾਉਂਡਰੀ ਬਣਾਈ ਹੋਈ ਹੈ। ਉਹ ਸਾਰਾ ਕੁਝ ਸਾਡੇ ਕੋਲ ਪੁਖਤਾ ਜਦੋਂ ਪੇਪਰ ਆ ਜਾਂਦੇ ਨੇ ਹਰ ਇੱਕ ਚੀਜ਼ ਤੇ ਐਕਸ਼ਨ ਲਵਾਂਗੇ। ਤੁਸੀਂ ਚੈਲੰਜ ਕੀਤਾ ਕਿ ਜੇ ਸਾਡੀ ਸਰਕਾਰ ਨੇ ਇਮਾਨਦਾਰੀ ਨਾਲ ਕੰਮ ਨਾ ਕੀਤਾ ਤਾਂ ਸਿਆਸਤ ਛੱਡ ਦੇਵਾਂਗੇ। ਤੁਹਾਨੂੰ ਲੱਗਦਾ ਕਿ ਦੇਖੋ ਮੈਂ ਇਹਦੇ ਨਾਲ ਇੱਕ ਐਡ ਆਨ ਮੇਰਾ ਹੋਰ ਇੰਨਾ ਕੌਨਫੀਡੈਂਸ ਹੈਗਾ ਤੁਹਾਨੂੰ ਸਾਡੀ ਗਵਰਨਮੈਂਟ ਦੇ ਉੱਪਰ ਕਿ ਤੁਸੀਂ ਸਾਰੀਆਂ ਚੀਜ਼ਾਂ ਠੀਕ ਕਰਨੋ ਕਿਉਂਕਿ ਗੱਲ ਬਹੁਤ ਵੱਡੀ ਕਹਿਤੀ ਸਿਆਸਤ। ਦੇਖੋ ਅਸੀਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਵੀ ਲੋਕਾਂ ਦਾ ਭਲਾ ਕਰਨਾ। ਅਸੀਂ ਨੌਜਵਾਨ ਆ, ਇਮਾਨਦਾਰੀ ਨਾਲ ਲੱਗੇ ਹੋਏ ਆ। ਸਾਨੂੰ ਸਾਡੇ ਪੰਜਾਬ ਨਾਲ ਦਿਲੋਂ ਪਿਆਰ ਹੈ। ਅਸੀਂ ਨਹੀਂ ਚਾਹੁੰਦੇ ਸਾਡੇ ਭਰਾ ਸਾਡੀਆਂ ਭੈਣਾਂ ਵਿਦੇਸ਼ਾਂ 'ਚ ਜਾ ਕੇ ਵਸਣ। ਇਸ ਧਰਤੀ ਨੂੰ ਅਸੀਂ ਆਬਾਦ ਕਰਨਾ ਹੈ। ਮੈਨੂੰ ਮੇਰੇ ਤੇ ਯਕੀਨ ਪੂਰਾ ਹੈ, ਮੈਨੂੰ ਮੇਰੀ ਪਾਰਟੀ ਤੇ ਯਕੀਨ ਪੂਰਾ ਕਿ ਅਸੀਂ 5 ਸਾਲਾਂ ਦੇ ਵਿੱਚ ਹਰ ਇੱਕ ਕੰਮ ਨਿਬੇੜਾਂਗੇ ਕਿਉਂਕਿ ਅਸੀਂ ਜਦੋਂ ਬੈਠਦੇ ਹਾਂ ਮੀਟਿੰਗਸ ਹੁੰਦੀਆਂ ਨੇ ਜਿਸ ਤਰੀਕੇ ਸਾਨੂੰ ਇਮਾਨਦਾਰੀ ਨਾਲ ਚੱਲਣ ਲਈ ਸਖਤ ਹਦਾਇਤਾਂ ਦਿੱਤੀਆਂ ਜਾਂਦੀਆਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਿੱਖਿਆ ਮੰਤਰੀ ਮੀਤ ਹੇਰ ਨੇ ਵੱਡਾ ਐਲਾਨ ਕੀਤਾ ਹੈ। ਉਹਨਾਂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਸਾਨੂੰ ਪੰਜਾਬ ਯੂਨੀਵਰਸਿਟੀ ਦੇਵੇ ਤਾਂ ਸਾਰਾ ਖਰਚਾ ਪੰਜਾਬ ਸਰਕਾਰ ਚੁੱਕਣ ਲਈ ਤਿਆਰ ਹੈ। ਉਹਨਾਂ ਨੇ ਕਿਹਾ ਕਿ ਇਸ ਸਮੇਂ ਅਸੀਂ ਸਿਰਫ 40% ਦੀ ਖਰਚ ਦੇ ਰਹੇ ਹਾਂ ਪਰ ਜੇਕਰ ਕੇਂਦਰ ਪੰਜਾਬ ਯੂਨੀਵਰਸਿਟੀ ਸਾਨੂੰ ਦੇਵੇ ਤਾਂ ਅਸੀਂ ਪੂਰਾ ਪੈਸਾ ਦੇਣ ਲਈ ਤਿਆਰ ਹਾਂ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਅਸੀਂ ਚੰਡੀਗੜ੍ਹ ਦਾ ਵੀ ਪੂਰਾ ਖਰਚ ਚੁੱਕਣ ਲਈ ਤਿਆਰ ਹਾਂ। ਕੇਂਦਰ ਸਰਕਾਰ ਚੰਡੀਗੜ੍ਹ ਪੰਜਾਬ ਨੂੰ ਦੇਵੇ। ਕੌਮਾਂਤਰੀ ਪੱਧਰ ਤੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ SYL ਗੀਤ ਸਰਕਾਰ ਵੱਲੋਂ ਬੈਨ ਕਰ ਦਿੱਤਾ ਗਿਆ ਸੀ ਜਿਸ ਸੰਬੰਧੀ ਲੋਕਾਂ ਵੱਲੋਂ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ ਤੇ ਵਿਧਾਨ ਸਭਾ ਦੇ ਇਜਲਾਸ 'ਚ ਫੈਸਲਾ ਲਿਆ ਗਿਆ ਹੈ ਕਿ SYL ਗੀਤ ਬਾਰੇ ਵਿਧਾਨ ਸਭਾ ਵਿੱਚ ਮਤਾ ਲਿਆਂਦਾ ਜਾਵੇਗਾ। ਇਹ ਮਤਾ 30 ਜੂਨ ਨੂੰ ਲਿਆਂਦਾ ਜਾਵੇਗਾ। ਇਹ ਜ਼ਿਕਰਯੋਗ ਹੈ ਕਿ ਇਸ ਗੀਤ ਨੂੰ 3 ਦਿਨਾਂ ਵਿੱਚ ਹੀ 2.5 ਕਰੋੜ ਤੋਂ ਵੱਧ ਲੋਕਾਂ ਵੱਲੋਂ ਵੇਖ ਲਿਆ ਗਿਆ ਸੀ। ਬਹੁ ਕਰੋੜੀ ਨਸ਼ਾ ਤਸਕਰੀ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕੱਲ ਹੋਈ ਸੁਣਵਾਈ ਵਿੱਚ ਉਹਨਾਂ ਦੀ ਨਿਆਇਕ ਹਿਰਾਸਤ ਵਿੱਚ ਮੁੜ ਵਾਧਾ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਮੋਹਾਲੀ ਅਦਾਲਤ ਵਿਖੇ ਬਿਕਰਮ ਮਜੀਠੀਆ ਨੂੰ ਪੇਸ਼ ਕੀਤਾ ਗਿਆ ਸੀ ਜਿੱਥੇ ਅਦਾਲਤ ਨੇ ਉਹਨਾਂ ਦੀ ਨਿਆਇਕ ਹਿਰਾਸਤ 11 ਜੁਲਾਈ ਤੱਕ ਵਧਾ ਦਿੱਤੀ ਹੈ। ਦੱਸ ਦਈਏ ਕਿ ਬਿਕਰਮ ਮਜੀਠੀਆ ਦੀ ਪੇਸ਼ੀ ਵੀਡੀਓ ਕਾਨਫਰੰਸਿੰਗ ਜ਼ਰੀਏ ਹੋਈ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੋਹਾਲੀ ਦੇ ਫੇਸ 4 ਸਥਿਤ ਪੰਜਾਬ ਪੁਲਿਸ ਦੇ ਸਟੇਟ ਕ੍ਰਾਈਮ ਵਿੰਗ ਦੇ ਥਾਣੇ ਵਿੱਚ ਮਜੀਠੀਆ ਵਿਰੁੱਧ ਨਸ਼ਾ ਤਸਕਰੀ ਮਾਮਲੇ 'ਚ ਅਪਰਾਧਿਕ ਕੇਸ ਦਰਜ ਕੀਤਾ ਸੀ। ਉਸ ਦਿਨ ਤੋਂ ਮਜੀਠੀਆ ਪਟਿਆਲਾ ਜੇਲ੍ਹ ਵਿੱਚ ਬੰਦ ਹਨ। ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦੇ SYL ਗੀਤ ਨੂੰ ਲੀਕ ਕੀਤੇ ਜਾਣ ਤੇ ਮਾਨਸਾ ਥਾਣਾ ਸਦਰ ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਜਿਸ ਤੇ ਕਾਰਵਾਈ ਕਰਦਿਆਂ ਮਾਨਸਾ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਪੁਲਿਸ ਨੂੰ ਬਿਆਨ ਦਿੱਤਾ ਹੈ ਕਿ ਉਹਨਾਂ ਦੇ ਪੁੱਤਰ ਦਾ SYL ਗੀਤ ਉਹਨਾਂ ਨੇ 23 ਤਰੀਕ ਨੂੰ ਸ਼ਾਮ 6 ਵਜੇ ਰਿਲੀਜ਼ ਕਰਨਾ ਸੀ ਪਰ ਕਿਸੇ ਨੇ ਉਸ ਗਾਣੇ ਨੂੰ 20 ਤਰੀਕ ਨੂੰ ਹੀ ਰਿਲੀਜ਼ ਕਰ ਦਿੱਤਾ ਜਿਸ ਕਾਰਨ ਸਦਰ ਮਾਨਸਾ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਅਜਿਹਾ ਕਰਨ ਵਾਲੇ ਵਿਅਕਤੀ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਦੱਸ ਦੇ ਕਿ 4-5 ਦਿਨਾਂ ਪਹਿਲਾਂ ਹੀ ਇਸ ਗੀਤ ਨੂੰ ਸਿੱਧੂ ਮੂਸੇਵਾਲੇ ਦੇ ਅਧਿਕਾਰਿਤ YouTube ਚੈਨਲ ਤੇ ਰਿਲੀਜ਼ ਕੀਤਾ ਗਿਆ ਸੀ ਪਰ ਰਿਲੀਜ਼ ਹੋਣ ਤੋਂ 2 ਦਿਨਾਂ ਬਾਅਦ ਹੀ ਇਸ ਗੀਤ ਨੂੰ ਹਟਵਾ ਵੀ ਦਿੱਤਾ ਗਿਆ ਸੀ। ਭਗਵੰਤ ਸਿੰਘ ਮਾਨ ਜੀ ਇੱਕ ਚਿੱਠੀ ਲਿਖੀ ਸੀ ਜਿਹਦੇ ਵਿੱਚ ਮੈਂ ਅਗਨੀਪਥ ਜਿਹੜਾ ਇੱਕ ਸੈਂਟਰਲ ਗਵਰਨਮੈਂਟ ਨੇ ਸਕੀਮ ਚਲਾਈ ਹੈ ਕਿ ਜਿਹਦੇ ਵਿੱਚ ਨੌਜਵਾਨ 27 ਸਾਲ ਦੀ ਉਮਰ ਦੇ 4 ਸਾਲ ਨੌਕਰੀ ਕਰਕੇ ਜਿਹਦੇ ਵਿੱਚ ਉਹ ਤਕਰੀਬਨ 6 ਮਹੀਨੇ ਦੀ ਟ੍ਰੇਨਿੰਗ ਹੈ ਉਹਨਾਂ ਨੂੰ ਕੀ ਕਹਿੰਦੇ ਨੇ ਨੌਕਰੀ ਤੋਂ ਰਿਟਾਇਰ ਜਾਂ ਬਰਖਾਸਤ ਕਰ ਦਿੱਤਾ ਜਾਏ ਜਾਂ ਆਪਣੀ ਟਰਮ ਪੂਰੀ ਕਰ ਦੇ। ਬੇਸਿਕਲੀ ਇਹ ਹੈ ਕਿ 4 ਸਾਲ ਦੀ ਟਰਮ ਕਰਨਗੇ ਤੇ ਚਲੇ ਜਾਣਗੇ। ਮੈਂ ਇਹ ਗੱਲ ਉਹਨਾਂ ਨੂੰ ਲਿਖੀ ਸੀ ਕਿ ਇੱਕ ਜੁਆਇੰਟ ਰੈਜ਼ੋਲੂਸ਼ਨ ਹੈ ਕਿਉਂਕਿ ਮੈਂ ਪੜ੍ਹਿਆ ਸੀ ਕਿ ਭਗਵੰਤ ਸਿੰਘ ਮਾਨ ਨੇ ਵੀ ਇਹ ਗੱਲ ਆਪਣੀ ਜ਼ਾਹਰ ਕੀਤੀ ਹੈ ਕਿ ਅਸੀਂ ਰੈਜ਼ੋਲੂਸ਼ਨ ਗਵਰਨਮੈਂਟ ਵੱਲੋਂ ਲਿਆ
ਪਹਿਲੀ ਵਾਰ ਜਦੋਂ ਬੋਲਣਾ ਹੁੰਦਾ, ਕਿਉਂਕਿ ਨਵੇਂ ਆ ਹਲੇ, ਤੇ ਕੋਸ਼ਿਸ਼ ਕਰੀਦੀ ਆ ਵੀ ਜੇ ਖਰੜ ਦੇ ਲੋਕਾਂ ਨੇ ਮੈਨੂੰ ਇੱਥੇ ਚੁਣ ਕੇ ਭੇਜਿਆ ਤਾਂ ਮੈਂ ਲੋਕਾਂ ਦੀ ਆਵਾਜ਼ ਬਣਾ। ਪਾਣੀ ਹਲਕਾ ਖਰੜ ਦੀ ਗੱਲ ਨਹੀਂ ਕਰ ਰਹੀ ਜੀ, ਪੂਰਾ ਪੰਜਾਬ ਪੀਣ ਵਾਲੇ ਪਾਣੀ ਨੂੰ ਤਰਸ ਰਿਹਾ। 3 ਵਾਰੀ ਬੱਸ ਸਟੈਂਡ ਦਾ ਨੀਂਹ ਪੱਥਰ ਰੱਖਿਆ ਗਿਆ। 2006 ਚ ਰੱਖਿਆ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਨੇ, 2021 ਚ ਰੱਖਿਆ ਕਾਂਗਰਸ ਪਾਰਟੀ ਦੇ ਪ੍ਰਧਾਨ ਜੀ ਨੇ, ਪਰ ਹੋਇਆ ਕੁਛ ਨਹੀਂ। ਠੀਕ ਹੈ ਜੀ, ਕਜੌਲੀ ਵਾਟਰ ਵਰਕਸ, ਦਸ਼ਮੇਸ਼ ਨਹਿਰ, ਖਰੜ ਦਾ ਪਾਣੀ ਹੈ ਜਿਹੜਾ ਉਹ ਬਿਲਕੁਲ ਡਾਊਨ ਚਲਿਆ ਗਿਆ। ਲੋਕ ਜੇ ਟਿਊਬਵੈਲ ਲਾ ਲੈਣ, ਕਿਸਾਨ ਜਦੋਂ ਲਾ ਲੈਂਦੇ ਆ, ਮਾਣਯੋਗ ਸਪੀਕਰ ਸਾਹਿਬ 2 ਸਾਲਾਂ ਦੇ ਵਿੱਚ ਟਿਊਬਵੈਲ ਫੇਲ ਹੋ ਜਾਂਦਾ, ਤੇ ਅੱਜ ਪਾਣੀ ਦਾ ਸਤਰ ਪੰਜਾਬ ਦਾ ਡਾਊਨ ਚੱਲ ਗਿਆ। ਅੱਜ ਤੁਸੀਂ ਸੁਝਾਅ ਦਿੰਦੇ ਹੋ ਸਾਨੂੰ, ਸੁਝਾਅ ਅਸੀਂ ਤੁਹਾਡੇ ਤੋਂ ਤਾਂ ਲਈਏ ਜੇ ਅੱਜ ਤੱਕ ਤੁਸੀਂ ਪੰਜਾਬ ਲਈ ਕੁਛ ਕੀਤਾ ਹੋਵੇ, ਅਸੀਂ ਤਾਂ ਸੁਝਾਅ ਲੈ ਸਕਦੇ ਹਾਂ। ਠੀਕ ਹੈ ਜੀ, ਤੁਸੀਂ ਸਮਝੋ ਵੀ ਇੱਥੇ ਬੈਠਣ ਦਾ ਕਾਰਨ ਇਹ ਹੈ, ਇਹ ਬਹੁਤ ਵੱਡਾ ਮਾਣ ਹੁੰਦਾ। ਅਸੀਂ ਬਾਂਹ ਕੱਢ ਕੇ ਕਹਿੰਦੇ ਆ ਵੀ ਕਦੇ ਕੋਈ ਅੱਧੇ ਪੈਸੇ ਦਾ ਸਾਡੇ ਕਿਸੇ ਐਮਐਲਏ ਤੇ ਕੋਈ ਇਲਜ਼ਾਮ ਲਾ ਦੇਵੇ। ਇਮਾਨਦਾਰ ਪਾਰਟੀ ਹੈ ਤੇ ਇਮਾਨਦਾਰੀ ਨਾਲ ਕੰਮ ਕਰਕੇ ਦਿਖਾਵਾਂਗੇ। ਜੇ 5 ਸਾਲਾਂ ਦੇ ਵਿੱਚ ਅਸੀਂ ਉਹ ਕੰਮ ਨਾ ਕੀਤੇ ਜਿਹੜੇ ਤੁਸੀਂ 70 ਸਾਲਾਂ 'ਚ ਨਹੀਂ ਕੀਤੇ, ਮੈਂ ਸਿਆਸਤ ਛੱਡ ਦਊਂਗੀ ਜੀ। ਮੈਨੂੰ ਮੇਰੇ ਮੁੱਖ ਮੰਤਰੀ ਸਾਹਿਬ ਤੇ ਮਾਣ ਹੈ। ਸਪੀਕਰ ਸਾਹਿਬ, ਖਹਿਰਾ ਸਾਹਿਬ, ਸਪੀਕਰ ਸਾਹਿਬ ਤੁਹਾਡੀ ਮਾਰਫਤ ਮੈਂ ਮਾਨ ਸਾਹਿਬ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਪਿਛਲੇ 24-48 ਘੰਟੇ ਵਿੱਚ ਇੱਕ ਤਾਂ ਸਿੱਧੂ ਮੂਸੇਵਾਲਾ ਦਾ ਜਿਹੜਾ YouTube ਤੇ ਗਾਣਾ ਸੀਗਾ, ਉਹ ਭਾਰਤ ਦੀ ਸਰਕਾਰ ਨੇ ਉੱਥੇ ਸ਼ਿਕਾਇਤ ਕਰਕੇ ਉਸ ਨੂੰ ਪਰਮਾਨੈਂਟਲੀ ਬੈਨ ਕਰਵਾਤਾ ਜੀ। ਔਰ ਉਸ ਤੋਂ ਬਾਅਦ ਫਿਰ ਹਮਲਾ ਕਰਦੇ, ਵੈਸੇ ਤਾਂ 100 ਦੇ ਕਰੀਬ ਟਵਿੱਟਰ ਹੈਂਡਲਸ ਵਿਦ ਹੋਲਡ ਕੀਤੇ ਗਏ ਨੇ, ਪਰ ਉਹਨਾਂ 'ਚ ਸਭ ਤੋਂ ਇੰਪੋਰਟੈਂਟ ਜਿਹੜਾ ਵਾ ਉਹ ਟਰੈਕਟਰ ਟੂ ਟਵਿੱਟਰ ਔਰ ਕਿਸਾਨ ਏਕਤਾ ਮੋਰਚਾ, ਜਿਨ੍ਹਾਂ ਨੇ 1.25 ਸਾਲ ਲੜਾਈ ਲੜੀ ਜੀ, 600-700 ਬੰਦਾ ਮਰ ਗਿਆ, ਉਹਨਾਂ ਦਾ ਟਵਿੱਟਰ ਹੈਂਡਲ ਵੀ ਜਿਹੜਾ ਹੈਗਾ ਉਹਨੂੰ ਵਿਦਹੋਲਡ ਕਰਤਾ ਜੀ ਔਨ ਦ ਕੰਪਲੇਂਟ ਆਫ ਬੀਜੇਪੀ ਗਵਰਨਮੈਂਟ। ਜਿੱਦਾਂ ਲੀਡਰ ਆਫ ਆਪੋਜੀਸ਼ਨ ਨੇ ਮਸਲਾ ਉਠਾਇਆ ਸਪੀਕਰ ਸਾਹਿਬ, ਇੱਕ ਉਸੇ ਹੀ ਰੈਜ਼ੋਲੂਸ਼ਨ ਵਿੱਚ ਦੇ ਚੀਫ ਮਿਨਿਸਟਰ ਸਾਹਿਬ, ਜਿਹੜਾ ਲੀਡਰ ਆਫ ਆਪੋਜੀਸ਼ਨ ਨੇ ਆਰਮੀ ਰਿਕਰੂਟਮੈਂਟ ਜਿਹੜੀ ਉਹਦੇ ਤੇ ਮਸਲਾ ਉਠਾਇਆ, ਉਸੇ ਰੈਜ਼ੋਲੂਸ਼ਨ ਦੇ ਵਿੱਚ ਇਸ ਨੂੰ ਵੀ ਕੰਡੈਮ ਕੀਤਾ ਜਾਵੇ ਜੀ। ਇਹ ਤਾਂ ਫੰਡਾਮੈਂਟਲ ਹਕੂਕ ਆ, ਇਹਦਾ ਮਤਲਬ ਅਸੀਂ ਬੋਲ ਹੀ ਨਹੀਂ ਸਕਦੇ। ਇਹਦਾ ਸੰਵਿਧਾਨ ਸਾਨੂੰ ਪ੍ਰੋਵਾਈਡ ਕੀਤਾ ਕਿ ਰਾਈਟ ਟੂ ਫਰੀडम ਆਫ ਸਪੀਚ। ਹੁਣ ਟਵਿੱਟਰ ਵੀ ਬੰਦ ਕਰਤਾ, ਇਸਰਾਇਲ ਵੀ ਚੱਕਤਾ, ਮੂਸੇਵਾਲਾ ਉਹਦਾ ਜਿਹੜਾ ਗੀਤ ਹੈ ਉਹਨੂੰ ਬਿਲਕੁਲ ਹੀ ਬੈਨ ਕਰਤਾ ਜੀ। ਸੋ ਮੇਰੀ ਤੁਹਾਨੂੰ ਬੜੀ ਪੁਰਜ਼ੋਰ ਬੇਨਤੀ ਸਪੀਕਰ ਸਾਹਿਬ ਤੁਹਾਡੇ ਜ਼ਰੀਏ ਕਿ ਉਹਦਾ ਇੱਕ ਨੈਕਸਚਰ ਉਹਦਾ ਪਾਰਟ ਹੋਵੇ। ਮਾਨਯੋਗ ਮੁੱਖ ਮੰਤਰੀ ਸਾਹਿਬ, ਮਾਨਯੋਗ ਸਪੀਕਰ ਸਾਹਿਬ, ਜਿਹੜਾ ਰੈਜ਼ੋਲੂਸ਼ਨ ਹੈ ਉਹਦੇ ਵਿੱਚ ਜੇ ਕੋਈ ਆਵਾਜ਼ ਬੰਦ ਹੁੰਦੀ ਹੈ ਅਸੀਂ ਉਹਦੇ ਖਿਲਾਫ ਹਾਂ। ਜੇ ਕੋਈ ਦੇਖੋ ਫਰੀडम ਆਫ ਸਪੀਚ ਸਾਡਾ ਕੰਟਰੀ ਦੇ ਵਿੱਚ, ਅਸੀਂ ਵਨ ਆਫ ਦਾ ਬਿਗੇਸਟ ਡੈਮੋਕ੍ਰੈਟਿਕ ਕੰਟਰੀ ਇਨ ਦਾ ਵਰਲਡ, ਆਵਾਜ਼ ਬੰਦ ਹੋਣ ਦਾ ਕੋਈ ਚਾਂਸ ਨਹੀਂ, ਭਾਵੇਂ ਉਹ ਜਿਹੜੀ ਵੀ ਮਰਜ਼ੀ ਸਰਕਾਰ ਆਵਾਜ਼ ਬੰਦ ਕਰੇ, ਕਿਵੇਂ ਵੀ ਕਰੇ। ਸੋ ਇਹ ਵੀ ਕਰਾਂਗੇ ਨਾਲ। ਕੱਲ ਜਿਹੜਾ ਤੁਹਾਡਾ ਬਜਟ ਡਾਊਨਲੋਡ ਨਹੀਂ ਹੋਇਆ ਸੀ ਉਹਨੂੰ ਵੀ ਵਿੱਚ ਪਾਵਾਂਗੇ ਜੀ। ਥੈਂਕ ਯੂ। ਆਫ ਦੀ ਰਿਕਾਰਡ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਗੱਲ ਨੂੰ ਲਾਜ਼ਮੀ ਬਣਾਇਆ ਕਿ ਜਿਹੜੀ ਮੁਫਤ ਬਿਜਲੀ ਆ ਖੇਤੀਬਾੜੀ ਖੇਤਰ ਨੂੰ, ਉਹਨੂੰ ਕੰਟੀਨਿਊ ਰੱਖਿਆ ਜਾਊਗਾ। ਤੇ ਮੈਂ ਬਹੁਤ ਇਸ ਗੱਲ ਦੀ ਵੀ ऋणी ਹਾਂ, ਬਹੁਤ ਧੰਨਵਾਦੀ ਹਾਂ, ਕਿਉਂਕਿ ਸਪੀਕਰ ਸਾਹਿਬ अब 1.5 ਮਹੀਨਾ ਪਹਿਲਾਂ ਦੀ ਗੱਲ ਆ, ਬਹੁਤ ਰੌਲਾ ਪੈਂਦਾ ਸੀਗਾ, ਕਹਿੰਦੇ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਤੇ ਅਸੀਂ ਹੁਣ ਦੇਖਦੇ ਆ ਇਹ ਬਿਜਲੀ ਕਿਵੇਂ ਪੂਰੀ ਕਰਦੇ ਆ। ਇੱਥੋਂ ਤੱਕ ਇਹ ਵੀ ਕਹਿੰਦੇ ਸੀ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਤਾਂ ਬੱਤੀਆਂ ਬੰਦ। ਪਰ ਮੈਂ ਬਹੁਤ ਜ਼ਿਆਦਾ ਧੰਨਵਾਦੀ ਹਾਂ ਜੀ कि 96 घंटे लगातार बिजली उन्हां किसानां नूं दित्ती गई है जिन्हां ने अपनी झोने की बिजाई करनी सी। 96 घंटे लगातार, इट्स ऑन रिकॉर्ड स्पीकर साहब। और नहीं तो जी बिल्कुल प्रधान जी तुसी बोल लो प्लीज। चलो बैठो राजा जी, तुहानू फिक्र करन दी लोड़ नहीं आ। नहीं 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 प्रधान जी देखो, प्रधान जी एदी तुहानू फिक्र करन दी लोड़ नहीं आ।
ਬਜਟ ਤੇ ਹੀ ਆ ਰਹੀ ਹਾਂ ਮੈਂ, ਬਜਟ ਤੇ ਹੀ ਆ ਰਹੀ ਹਾਂ, ਬਜਟ ਤੇ ਹੀ ਆ ਰਹੀ ਹਾਂ। ਤੁਸੀਂ ਸਿਖਾਇਆ ਜੀ ਬੈਠ ਤੁਸੀਂ ਬੈਠੋ। ਉਹ ਕਨਕਲੂਜਨ ਮੈਂ ਹੀ ਦੇਣਾ ਜੀ, ਬਹਿ ਜਾਓ। ਸੁਣੋ ਨਾ ਚਲੋ ਪ੍ਰਧਾਨ ਜੀ ਤੁਸੀਂ ਨਾ ਬੀਬਾ ਜੀ ਚੇਅਰ ਨੂੰ ਐਡਰੈਸ ਕਰੋ ਜੀ। ਸੌਰੀ ਸਪੀਕਰ ਸਾਹਿਬ। ਸੋ ਮੈਂ ਗੱਲ ਕਰ ਰਹੀ ਸੀਗੀ, ਉਹ ਦੁੱਖ ਤਾਂ ਲੱਗਿਆ ਜੀ ਜਦੋਂ ਮੈਂ ਗੱਲ ਕਰਤੀ ਨਾ, ਕਿਉਂਕਿ ਅੱਜ ਤੱਕ 96 ਘੰਟੇ ਲਗਾਤਾਰ ਬਿਜਲੀ ਕਿਸਾਨਾਂ ਨੂੰ ਦਿੱਤੀ ਨਹੀਂ ਆ ਕਿਸੇ ਨੇ ਝੋਨਾ ਲਾਉਣ ਵਾਸਤੇ, ਲਗਾਤਾਰ ਨਹੀਂ ਦਿੱਤੀ ਜੀ। ਯੈਸ, ਕੰਟੀਨਿਊਸਲੀ ਆਮ ਟਾਕਿੰਗ ਅਬਾਊਟ 8 ਘੰਟੇ ਬਿਜਲੀ ਲੈਣ ਦੇ ਲਈ। ਪ੍ਰਧਾਨ ਜੀ ਸੁਣਿਓ ਪਲੀਜ਼। ਸਪੀਕਰ ਸਾਹਿਬ ਮੈਂ ਤੁਹਾਡੇ ਜ਼ਰੀਏ, ਸਪੀਕਰ ਸਾਹਿਬ ਮੈਂ ਤੁਹਾਡੇ ਜ਼ਰੀਏ ਮਾਨਯੋਗ ਮੈਂਬਰ ਸਾਹਿਬ ਨੂੰ, ਬੈਠੋ ਮੈਂ ਮੰਤਰੀ ਸਾਹਿਬ ਤੁਹਾਡਾ ਧੰਨਵਾਦ ਕਰਦਾ। ਬੈਠੋ ਬੈਠੋ, ਮੈਂ ਧੰਨਵਾਦ ਮੰਤਰੀ ਜੀ ਕੋ ਕਹਿਣਾ ਚਾਹੁੰਦੇ ਆ। ਮਾਨਯੋਗ ਸਪੀਕਰ ਸਾਹਿਬ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ ਕਿ ਕੱਲ ਜਿਹੜਾ ਬੀਤ ਚੁੱਕਾ ਕੱਲ ਆ, ਇਸ ਦਿਨ ਪੰਜਾਬ ਦੇ ਵਿੱਚ ਰਿਕਾਰਡ ਤੋੜ ਬਿਜਲੀ ਸਪਲਾਈ ਕੀਤੀ ਗਈ ਹੈ। ਇਤਿਹਾਸ ਦੇ ਵਿੱਚ ਰਿਕਾਰਡ ਬਣਿਆ ਕਿ 14,000 ਤੋਂ ਵੱਧ ਮੈਗਾਵਾਟ ਬਿਜਲੀ ਕੱਲ ਜਿਹੜਾ ਬੀਤ ਚੁੱਕਾ ਹੈ ਉਹਦੇ ਵਿੱਚ ਬਿਜਲੀ ਬੋਰਡ ਨੇ ਸਪਲਾਈ ਕੀਤੀ ਹੈ। ਧੰਨਵਾਦ ਬੀਬਾ ਜੀ। ਅਰਵਿੰਦ ਕੁਮਾਰ ਪ੍ਰੋਫੈਸਰ ਆ, ਟ੍ਰਿਬਿਊਨ ਅਖਬਾਰ ਹੈ, ਅੰਗਰੇਜ਼ੀ ਦਾ ਅਖਬਾਰ ਹੈ, ਜਿਹਨੇ ਤੁਸੀਂ ਪਹਿਲੇ ਪੇਜ ਤੇ ਇਸ਼ਤਿਹਾਰ ਦਿੱਤਾ ਹੈ। ਉਹਨੇ ਕਿਹਾ ਕਿਹੜਾ 200 ਕਰੋੜ 240 ਕਰੋੜ ਦਾ ਸਾਡੀਆਂ ਤਨਖਾਹਾਂ ਹੈ। ਆ ਰਹੀ ਹੈ ਖਬਰ, ਅਗਰ ਮੈਂ ਝੂਠ ਬੋਲਦਾ ਕੋਈ ਗੱਲ ਨਹੀਂ, 240 ਕਰੋੜ ਸਾਡੀਆਂ ਤਨਖਾਹਾਂ ਕਿਹੜੇ ਕਿਹੜਾ ਦੀ ਗੱਲ ਕਰਦੇ ਹੋ? ਦਿੱਤਾ ਗਿਆ ਬੋਲਣ ਦਾ। ਠੀਕ ਹੈ ਰਾਜਾ ਜੀ, ਤੁਸੀਂ ਬੈਠੋ ਬੈਠੋ ਬੈਠੋ। ਬੀਬਾ ਜੀ ਜਿਹੜਾ ਕੁਛ ਜੋ ਸ਼ਬਦ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਬੋਲੇ ਗਏ ਰਿਕਾਰਡ ਨਾ ਕੀਤੇ ਜਾਣ। ਸਪੀਕਰ ਸਾਹਿਬ, ਬੀਬੀ ਜੀ ਕੰਟੀਨਿਊ ਕਰੋ। ਸਪੀਕਰ ਸਾਹਿਬ ਕੰਟੀਨਿਊ। ਅਸਲ 'ਚ ਮੈਂ ਗੱਲ ਕਰ ਰਹੀ ਸੀਗੀ ਕਿ ਪਿਛਲੀਆਂ ਸਰਕਾਰਾਂ ਨੇ ਬਹੁਤ ਤਰਸਾਇਆ ਕਿਸਾਨਾਂ ਨੂੰ। ਜਦੋਂ ਉਹਨਾਂ ਨੂੰ 8 ਘੰਟੇ ਵੀ ਬਿਜਲੀ ਚਾਹੀਦੀ ਸੀਗੀ ਝੋਨਾ ਲਾਉਣ ਵਾਸਤੇ ਨਾ, ਤੇ ਉਹ ਲਗਾਤਾਰ ਸੰਘਰਸ਼ ਕਰਦੇ ਸੀ, ਧਰਨਿਆਂ ਤੇ ਬਹਿੰਦੇ ਸੀਗੇ। ਸੋ ਇਸ ਕਰਕੇ ਮੈਨੂੰ ਲੱਗਦਾ ਜ਼ਿਆਦਾ ਤਕਲੀਫ ਹੋਗੀ ਜਦੋਂ ਮੈਂ ਗੱਲ ਕੀਤੀ ਆ 96 ਘੰਟਿਆਂ ਦੀ। ਬਿਲਕੁਲ ਇਹ ਕੋਈ ਕਹਿਣ ਦੀ ਗੱਲ ਨਹੀਂ ਜੀ, ਇਟਸ ਔਨ ਰਿਕਾਰਡ। ਸੋ ਮੈਂ ਬਹੁਤ ਧੰਨਵਾਦੀ ਹਾਂ, ਬਹੁਤ ਰਿਣੀ ਹਾਂ। ਔਰ ਸਪੀਕਰ ਸਾਹਿਬ ਇੱਕ ਹੋਰ ਮੈਂ ਬਹੁਤ ਖਾਸ ਧੰਨਵਾਦ ਜਿਹੜਾ ਕਰਨਾ ਚਾਹੁੰਦੀ ਹਾਂ ਕਿ ਮੈਂ ਕੱਲ ਪਰਸੋਂ ਵੀ ਬੋਲੀ ਸੀ ਇਸ ਏਜੰਡੇ ਤੇ ਕਿ ਜਿੱਥੇ 90% ਪਿੰਡ ਤਲਵੰਡੀ ਸਾਬੋ ਦੇ ਜਿਹੜੇ ਆ ਉਹ ਬਿਲਕੁਲ ਟੇਲਾਂ ਤੇ ਪੈਂਦੇ, ਉੱਥੇ ਪਾਣੀ ਨਹੀਂ ਪਹੁੰਚਦਾ ਸੀ। ਸੋ ਇੱਕ ਪ੍ਰੋਪਰ ਪਹਿਰਾ ਬਣਾ ਕੇ ਬਜਟ 'ਚ ਜਿਹੜਾ ਜ਼ਿਕਰ ਕੀਤਾ ਉਹ ਮੈਂ ਜ਼ਰੂਰ ਪੜ੍ਹਨਾ ਚਾਹੂੰਗੀ। ਕੋਟਲਾ ਬ੍ਰਾਂਚ ਭਾਗ 2 ਪ੍ਰੋਜੈਕਟ, ਇਸ ਪ੍ਰੋਜੈਕਟ ਦੇ ਤਹਿਤ ਜਲ ਮਾਰਗਾਂ ਦੀ ਲਾਈਨਿੰਗ ਲਈ ਇਸ ਬਜਟ ਵਿੱਚ 18 ਕਰੋੜ ਰੁਪਏ ਦੀ ਤਜਵੀਜ਼ ਰੱਖੀ ਗਈ ਹੈ। ਇਹ ਕੰਮ ਮਿਤੀ 31/3/2025 ਤੱਕ ਮੁਕੰਮਲ ਹੋਣ ਦੀ ਉਮੀਦ ਹੈ, ਜਿਸ ਨਾਲ ਜ਼ਿਲ੍ਹਾ ਬਠਿੰਡਾ, ਮਾਨਸਾ, ਸੰਗਰੂਰ ਅਤੇ ਬਰਨਾਲਾ ਦੀ 1.43 ਲੱਖ ਹੈਕਟੇਅਰ ਜ਼ਮੀਨ ਨੂੰ ਸਿੰਚਾਈ ਦੀਆਂ ਬਿਹਤਰ ਸਹੂਲਤਾਂ ਮਿਲਣਗੀਆਂ। ਸੋ ਸਪੀਕਰ ਸਾਹਿਬ ਇਹਦੇ ਲਈ ਮੈਂ ਬਹੁਤ ਧੰਨਵਾਦੀ ਹਾਂ, ਕਿਉਂਕਿ ਨਹੀਂ ਤਾਂ ਪਿਛਲੇ 5 ਸਾਲ ਸੀ ਜਦੋਂ ਮੈਂ ਲਗਾਤਾਰ ਇਸ ਹਾਊਸ ਦੇ ਵਿੱਚ ਸਰਕਾਰ ਅੱਗੇ ਅਰਜ਼ ਕਰਦੀ ਸੀਗੀ ਕਿ ਪਾਣੀ ਮੁਹੱਈਆ ਕਰਾਈ ਜਾਵੇ, ਪਰ ਕਦੇ ਮੈਨੂੰ ਕੋਈ ਉਹਦਾ ਜਵਾਬ ਉੱਤਰ ਨਹੀਂ ਮਿਲਦਾ ਸੀ। ਸੋ ਸਪੀਕਰ ਸਾਹਿਬ ਅਖੀਰ ਤੇ ਮੈਂ ਇੱਕੋ ਗੱਲ ਕਹੂੰਗੀ ਕਿ ਮੈਂ ਦੇਖ ਰਹੀ ਹਾਂ ਕਿ ਓਪੋਜੀਸ਼ਨ ਹਰ ਗੱਲ ਦੇ ਵਿੱਚ ਵਾਈਂਡ ਅਪ ਕਰ ਲਓ। ਬਿਲਕੁਲ ਜੀ, ਹਰ ਗੱਲ ਦੇ ਵਿੱਚ ਬੋਲਦੀ ਹੈ ਤੇ ਕਦੇ ਉਹ ਧਰਨੇ ਲਾ ਕੇ ਵੀ ਕਹਿ ਦਿੰਦੇ ਆ ਵੀ ਸਰਕਾਰ ਵਾਲੇ ਗਲਤ, ਤੇ ਕਦੇ ਸ਼ਬਦਾਵਲੀ ਇਹੋ ਜਿਹੀ ਆਉਂਦੀ ਜਿੱਥੇ ਉਹ
ਸਾਬਿਤ ਕਰ ਰਹੇ ਨੇ ਬਾਰ-ਬਾਰ ਕਿ ਸਰਕਾਰ ਜਿਹੜੀ ਆ ਡੂਇੰਗ ਰੋਂਗ। ਪਰ ਮੈਂ ਕਹੂੰਗੀ ਕਿ ਆਪੋਜੀਸ਼ਨ ਦਾ ਮਕਸਦ ਇਹੀ ਨਹੀਂ ਹੁੰਦਾ। ਜੇ ਆਪੋਜੀਸ਼ਨ ਉਹ ਹੁੰਦੀ ਆ, ਆਫ ਕੋਰਸ ਜੇ ਸਰਕਾਰ ਕੁਝ ਰੋਂਗ ਕਰਦੀ ਆ ਉਹਨੂੰ ਜਗਾਵੇ, ਪਰ ਜੇ ਕੁਝ ਚੰਗਾ ਕਰਦੀ ਆ ਤਾਂ ਉਹਦੀ ਐਪਰੀਸ਼ੀਏਸ਼ਨ ਕਰਨਾ ਵੀ ਆਪੋਜੀਸ਼ਨ ਦਾ ਫਰਜ਼ ਬਣਦਾ, ਉਹਦੀ ਜ਼ਿੰਮੇਵਾਰੀ ਬਣਦੀ ਆ। ਕਿਉਂਕਿ ਸਾਡਾ ਸਾਰਿਆਂ ਦਾ ਸਿੱਧਾ ਜਿਹਾ ਮਕਸਦ ਆ, ਕਿਉਂਕਿ we have to move towards a Punjab where our women are safe and healthy. We have to move towards a Punjab where our farmers are prosperous and respected. And of course, a Punjab that is fearless and proud. Thank you, Speaker sir. डॉक्टर नक्षत्रपाल जी ने बोलना है जी। डॉक्टर साहब जी।